ਉਹਨਾਂ ਦੇ ਖੇੜੇ ਦੇ ਇਸ ਅਸਰ ਨੂੰ ਇੱਕ ਭੈਣ ਹੈ ਜੋ ਪਛਾਣਦੀ ਹੈ। ਹਾਂ, ਇੱਕ ਨਾਨਕੀ ਹੈ ਜੋ ਪਛਾਣਦੀ ਹੈ ਕਿ ਵੀਰ ਉੱਚਾ ਹੈ ਤੇ ਤੁਰੋਂ ਆਇਆ ਹੈ। ਹਾਂ, ਉਹ ਸਮਝਦੀ ਹੈ ਕਿ ਵੀਰ ਜਗਤ ਦਾ ਨਹੀਂ ਪਰ ਜਗ ਤੋਂ ਪਾਰ ਦਾ ਹੈ। ਰੱਬ ਦਾ ਪਿਆਰਾ ਰੱਬੀ ਜੋਤ ਨਾਲ ਭਰਪੂਰ ਰੱਬੀ ਰੂਪ ਹੈ। ਪਰ ਮਾਂ ਨੂੰ ਪੁੱਤ ਦੀਂਦਾ ਹੈ ਜੋ ਅਹੁਰਿਆ ਗਿਆ ਸੀ ਤੇ ਹੁਣ ਵੱਲ ਹੋਇਆ ਹੈ। ਉਹ ਦਾਨ ਕਰਦੀ ਹੈ, ਵਾਰੇ ਫੇਰੇ ਕਰਦੀ ਤੇ ਗਰੀਬਾਂ ਨੂੰ ਵੰਡਦੀ ਹੈ। ਪਿਓ ਹੈ ਕਿ ਹੁਣ ਖੁਸ਼ ਹੈ ਕਿ ਸ਼ੁਕਰ ਹੈ ਪੁੱਤਰ ਵੱਲ ਹੋਇਆ ਹੈ। ਹੁਣ ਕਿਰਤ ਕਾਰੇ ਲੱਗੇਗਾ, ਗ੍ਰਹਸਤੀ ਬਣੇਗਾ, ਪਰੇ ਵਿੱਚ ਬੈਠੇਗਾ, ਕੁਲ ਦਾ ਨਮੂਜ ਕੱਢੇਗਾ, ਸਾਡੀ ਬੁੱਢੀ ਵਾਰੀ ਸੇਵਾ ਕਰੇਗਾ। ਹਾਂਜੀ, ਜਿਸ ਵੇਲੇ ਨਾਨਕ ਬਾਲਕਾ ਆਪਣੇ ਰੱਬੀ ਰੰਗ ਦੇ ਖੇੜਿਆਂ ਵਿੱਚ ਖਿੜ-ਖਿੜ ਮੁਸ਼ਕਾਂ ਮਚਾ ਰਿਹਾ ਸੀ, ਉਸ ਵੇਲੇ ਮਹਿਤਾ ਕਾਲੂ ਖੁਸ਼ ਹੋ ਰਿਹਾ ਸੀ ਕਿ ਹੁਣ ਪੁੱਤ ਆਖੇ ਲੱਗ ਕੇ ਵਿਹਾਰ ਘਰ ਵਿੱਚ ਪੈ ਜਾਏਗਾ। ਮਹਿਤੇ ਦੇ ਮਨ ਨੇ ਸੋਚਿਆ ਕਿ ਅੱਗੇ ਤਾਂ ਕਿਸੇ ਕਿਤੇ ਨਾਨਕ ਨਹੀਂ ਲਗਾ, ਇਸ ਦਾ ਸੁਭਾਅ ਫਿਰਨ ਟੂਰਨ ਵਾਲਾ ਬਾਹਲਾ ਹੈ, ਸੋ ਐਸੇ ਕਿਸੇ ਕਿਤੇ ਲਾਓ ਕਿ ਫਿਰੇ ਟੁਰੇ ਵੀ ਤੇ ਵਿਹਾਰ ਵੀ ਕਰੇ। ਸੋ ਉਸ ਦੇ ਤਿੱਖੇ ਵਿਹਾਰੀ ਮਨ ਨੇ ਨਾਨਕ ਨੂੰ ਵਣਜਾਰਾ ਬਣਾਉਣ ਦੀ ਸੋਚੀ ਕਿ ਬਾਹਰ ਦੇਸ਼ਾਂ ਵਿੱਚ ਜਾਵੇ, ਮਾਲ ਖਰੀਦ ਕੇ ਲਿਆਵੇ ਤੇ ਆਪਣੇ ਸ਼ਹਿਰ ਵੇਚੇ, ਸ਼ਹਿਰ ਦੇ ਮਾਲ ਬਾਹਰਲੇ ਸ਼ਹਿਰਾਂ ਨੂੰ ਲੈ ਜਾਵੇ ਤੇ ਵੇਚ ਕੇ ਘਰ ਆਵੇ। ਸੌਦਾਗਰੀ ਦਾ ਖਿਆਲ ਬਾਬੇ ਕਾਲੂ ਨੂੰ ਹੁਣ ਫਿਰ ਰਿਹਾ ਸੀ। ਉਹ ਸੁਪਨਾ ਜੋ ਸੱਚ ਨੂੰ ਖੋਲਣਹਾਰ ਸੀ, ਕਾਲੂ ਨੂੰ ਮਾਇਆ ਹੋ ਪਾਸਿਆ ਸੀ ਤੇ ਇਹ ਲੋਭ ਲਾਲਚ ਜੋ ਮਾਇਆ ਸੀ, ਉਸਨੂੰ ਸੱਚ ਪਾਸ਼ ਰਿਹਾ ਸੀ। ਸੋ ਹੁਣ ਉਹ ਵੇਲਾ ਜੋ ਨਿਰੰਕਾਰੀ ਨਾਨਕ ਉੱਤੇ ਰੱਬੀ ਜੋਬਨ ਦਾ ਸੀ, ਕਾਲੂ ਨੂੰ ਮੱਤ ਦੇਣ ਤੇ ਪੁੱਤਰ ਨੂੰ ਆਪਣੇ ਭਾਣੇ ਸੁਮਤੇ ਲਾਉਣ ਦਾ ਵੇਲਾ ਸੀ। ਇਸ ਲਈ ਉਸਨੇ ਇੱਕ ਦਿਨ ਪੁੱਤਰ ਨੂੰ ਪਾਸ ਬਿਠਾ ਕੇ ਤੇ ਸਿਰ ਤੇ ਪਿਆਰ ਦੇ ਕੇ ਸਮਝਾਉਣਾ ਸ਼ੁਰੂ ਕੀਤਾ, ਹੇ ਨਾਨਕ, ਤੂੰ ਮੇਰਾ ਇੱਕੋ ਇੱਕ ਪੁੱਤਰ, ਅੱਖਾਂ ਦਾ ਚਾਨਣ, ਜਗ ਦੀ ਰੌਸ਼ਨੀ ਹੈ। ਤੇਰੇ ਚਾਲੇ ਹੁਣ ਤੱਕ ਅਤੀਤਾਂ ਵਾਲੇ ਰਹੇ ਹਨ। ਹੁਣ ਸ਼ੁਕਰ ਹੈ ਕਿ ਤੇਰੇ ਮਨ ਨੇ ਮੋੜਾ ਖਾਦਾ ਹੈ ਤੇ ਗ੍ਰਹਸਤੀਆਂ ਵਾਂਗੂ ਹੱਸਣ ਬੋਲਣ ਲਗਾ ਹੈ। ਮੇਰਾ ਵਿਚਾਰ ਸੀ ਕਿ ਤੂੰ ਬੜਾ ਸਿਆਣਾ ਤੇ ਕਮਾਊ ਪੁੱਤਰ ਨਿਕਲੇਂਗਾ ਤੇ ਜਗ ਵਿੱਚ ਮੇਰਾ ਤੇ ਕੁਲ ਦਾ ਨਾਮ ਰੋਸ਼ਨ ਕਰੇਗਾ। ਅੱਜ ਤੱਕ ਜਿੰਨੇ ਯਤਨ ਮੈਂ ਤੈਨੂੰ ਇਸ ਪਾਸੇ ਲਾਉਣ ਦੇ ਕੀਤੇ ਹਨ, ਉਹ ਨਿਸਫਲ ਗਏ ਹਨ ਤੇ ਮੇਰੇ ਸਮੇਤ ਸਾਰਾ ਪਰਿਵਾਰ ਨਿਰਾਸ਼ ਹੋ ਰਿਹਾ ਹੈ ਤੇ ਜਗਤ ਵਿੱਚ ਸਾਡੀ ਦੰਦ ਕਥਾ ਵੀ ਭਰੀ ਹੁੰਦੀ ਹੈ। ਹੁਣ ਜੇ ਤੂੰ ਆਖੇ ਲੱਗੇ ਤੇ ਵੱਡੇ ਵਡੇਰਿਆਂ ਦੀ ਰਹੁਰੀਤ ਤੇ ਤੁਰੇ ਤਾਂ ਕੁਝ ਕੰਮਕਾਰ ਮੇਰੇ ਜਿਉਂਦੇ ਜੀ ਸੰਭਾਲ ਲੈ। ਇਸ ਪ੍ਰਕਾਰ 2 ਘੜੀਆਂ ਬਾਬਾ ਕਾਲੂ ਜੀ ਸਮਝਾਉਂਦੇ ਰਹੇ ਤੇ ਗੁਰੂ ਨਾਨਕ ਜੀ ਚੁੱਪ ਸੁਣਦੇ ਰਹੇ। ਕਾਲੂ ਜੀ ਨੇ ਮਨ ਦੇ ਸਾਰੇ ਰੋਸ ਤੇ ਗੁੱਸੇ ਗਿਲੇ ਕੱਢ ਲਏ। ਜਦ ਮਨ ਠੰਡਾ ਹੋ ਗਿਆ ਤਾਂ ਸ੍ਰੀ ਜਗਤਨਾਥ ਜੀ ਬੋਲੇ, ਪਿਤਾ ਜੀ, ਤੁਹਾਨੂੰ ਦੁਖੀ ਹੋਣ ਦਾ ਕਸ਼ਟ ਹੈ, ਪਰ ਮੇਰੇ ਵੱਸ ਨਹੀਂ। ਜੋ ਹੁੰਦਾ ਹੈ ਕਿਤੋਂ ਹੋਰ ਅਥੋਂ ਹੁੰਦਾ ਹੈ। ਜੇ ਤੁਸਾਨੂੰ ਰੰਜ ਹੋਇਆ ਤਾਂ ਖਿਮਾ ਕਰੋ ਤੇ ਅੱਗੋਂ ਆਗਿਆ ਕਰੋ, ਜੋ ਸਰ ਬਣਾਇਆ ਮੈਂ ਕਹੂੰ। ਪਰ ਮੇਰੇ ਅਧੀਨ ਕੁਛ ਨਹੀਂ, ਮੈਂ ਆਪੋਂ ਕੁਛ ਵਿਗਾੜ ਨਹੀਂ ਕਰਾਂਗਾ। ਇਹ ਸੁਣ ਕੇ ਕਾਲੂ ਨੇ ਪਛਾਤਾ ਕਿ ਹੁਣ ਪੁੱਤਰ ਟਿਕਾਣੇ ਆ ਗਿਆ ਹੈ, ਹੁਣ ਕਿਸੇ ਕੰਮ ਵਿੱਚ ਫਸਾ ਦਿਓ। ਸੋ ਬੋਲਿਆ, ਨਾਨਕ, ਮੈਂ ਤੈਨੂੰ ਪਾਂਦੇ, ਮੁੱਲਾਂ, ਖੇਤੀ ਆਦਿ ਵਿੱਚ ਲਾ ਕੇ ਚਾਹੁੰਦਾ ਸਾਂ ਕਿ ਤੂੰ ਸਾਰੇ ਕੰਮ ਸਿੱਖ ਜਾਵੇਂ ਤਾਂ ਇੱਕ ਪਿੰਡ ਵੱਖਰਾ ਵਸਾ ਦਿਆਂ ਜੋ ਤੂੰ ਆਪਣੀ ਮਿਹਨਤ ਨਾਲ ਆਬਾਦ ਕਰੇ ਤੇ ਸਨੇਸਨੇ ਤਕੜਾ ਜ਼ਿਮੀਦਾਰ ਬਣ ਜਾਵੇਂ, ਪਰ ਉਹ ਤਾਂ ਸਾਰੀਆਂ ਗੱਲਾਂ ਰਹੀਆਂ। ਹੁਣ ਪੁੱਤ, ਐਉਂ ਕਰ, ਕੁਝ ਰੁਪਏ ਲੈ ਜਾ ਤੇ ਕੋਈ ਮਾਲ ਸੁਵੱਲਾ ਖਰੀਦ ਲਿਆ। ਤਲਵੰਡੀ ਦੀ ਨਿਰਖ ਮੈਂ ਤੈਨੂੰ ਦੱਸ ਦਿੰਦਾ ਹਾਂ ਤੇ ਬਾਹਰ ਜਿੱਥੇ ਜੋ ਮਾਲ ਜਚਦਾ ਤੈਨੂੰ ਲੱਗੇ ਕਿ ਇੱਥੇ ਪੁੱਗੇਗਾ, ਉਹ ਖਰੀਦ ਕੇ ਲੈ ਆਵੀਂ, ਫਿਰ ਇੱਥੇ ਆ ਕੇ ਵੇਚ ਦੇਵੀਂ। ਐਉਂ ਕੁਝ ਚਿਰ ਫਿਰਦਿਆਂ ਅਤੇ ਹੇਰ ਫੇਰ ਕਰਦਿਆਂ ਤੈਨੂੰ ਜਾਚ ਆ ਜਾਏਗੀ ਤੇ ਹੋਰ ਸ਼ਹਿਰਾਂ ਵਿੱਚ ਵਾਕ ਵੀ ਹੋ ਜਾਏਗੀ। ਫਿਰ ਤੂੰ ਸ਼ਾਹ ਬਣ ਕੇ ਵੱਡੀ ਹੱਡੀ ਪਾ ਲੇਂ ਤੇ ਆੜਤ ਦਾ ਵਿਹਾਰ ਟੋਰੀ ਤੇ ਸਨੇ ਸੁਨੇ ਕੋਠੀਦਾਰੀ ਬਣ ਜਾਏਗੀ। ਤੂੰ ਸੁਖੀ ਤੇ ਸੇਠ ਆਦਮੀ ਬਣ ਜਾਏਗਾ ਤੇ ਅਸੀਂ ਸੁਖੀ ਤੇ ਠੰਡੇ ਦਿਲ ਜਗਤ ਤੋਂ ਟੁਰਾਂਗੇ। ਸ੍ਰੀ ਨਾਨਕ ਜੀ ਤੇ ਪਿਤਾ ਜੀ, ਮੈਨੂੰ ਆਪੋਂ ਤਾਂ ਜਾਚ ਕੋਈ ਨਹੀਂ। ਕਾਲੂ ਜੀ, ਮੈਂ ਤੇਰੇ ਨਾਲ ਬੱਚਾ ਘਰ ਦਾ ਇੱਕ ਮਾਤਬਰ ਤੋਰਾਂਗਾ ਜੋ ਸਾਰੀ ਜਾਚ ਦੱਸੇਗਾ। ਹਾਲੇ ਤਾਂ ਮੈਂ ਤੈਨੂੰ ਕੰਮੇ ਨਹੀਂ ਕੱਲਣ ਲੱਗਾ, ਹਾਲੇ ਤਾਂ ਜਾਚ ਦੱਸਣ ਦਾ ਮਤਲਬ ਹੈ, ਇਸੇ ਕਰਕੇ ਰੁਪਏ ਵੀ ਥੋੜੇ ਦਿਆਂਗੇ। ਜੇ ਘਾਟਾ ਪਵੇ ਤਾਂ ਬਹੁਤ ਨਾ ਪਵੇ ਤੇ ਜਾਓ ਵੀ ਲਾਗੇ ਚਾਗੇ, ਦੂਰ ਨਾ ਜਾਓ। 2-4 ਵਾਰ ਕਰਕੇ ਫੇਰ ਰੁਪਇਆ ਵੀ ਵੱਧ ਲਾਉਂਦੇ ਜਾਵਾਂਗੇ ਤੇ ਕੰਮ ਵੀ ਵੱਧਦਾ ਜਾਏਗਾ। ਜਿਉਂ ਜਿਉਂ ਪੁੱਤ,
ਖੱਟਦਾ ਜਾਏ, ਆਪਣੀ ਕਮਾਈ ਵੱਖ ਰੱਖੀ ਜਾਈ ਤੇ ਉਸ ਨਾਲ ਵੀ ਆਪਣੀ ਰਾਸ ਵਧਾਈ ਜਾਈ। ਮੈਂ ਵੀ ਹੋਰ ਜੋ ਸਰੇ ਨਾਲ ਰਲਾਈ ਜਾਵਾਂਗਾ। ਖਰਚ ਤੇਰਾ ਸਾਰਾ ਮੇਰੇ ਸਿਰ ਰਹੇਗਾ, ਤੂੰ ਇਸ ਗੱਲ ਦਾ ਵੀ ਫਿਕਰ ਨਾ ਕਰੀ। ਇਸ ਤਰ੍ਹਾਂ ਦੇ ਉਪਦੇਸ਼ ਜਗਤ ਤਾਰਕ ਜੀ ਨੇ ਸੁਣੇ ਤੇ ਇੱਕ ਲੰਮਾ ਸਾਹ ਲੈ ਕੇ ਕਿਹਾ, ਅੱਛਾ ਪਿਤਾ ਜੀ, ਜਿਵੇਂ ਆਖੋ ਤਿਵੇਂ ਸਹੀ। ਕਾਲੂ ਨੇ ਹੁਣ ਇੱਕ ਆਪਣੇ ਇਤਬਾਰੀ ਨੂੰ ਨਾਲ ਤਿਆਰ ਕੀਤਾ ਸੀ। ਆਖਦੇ ਹਨ ਕਿ ਇਸ ਦਾ ਨਾਮ ਬਾਲਿਆ ਬਾਲਾ ਸੀ। 20 ਰੁਪਏ ਕਾਲੂ ਨੇ ਪਹਿਲੀ ਰਾਸ ਜਗਤ ਦੇ ਮਾਲਕ ਨੂੰ ਦਿੱਤੀ। ਫਿਰ ਆਗਿਆ ਕੀਤੀ ਕਿ ਜਾਓ ਕਿਸੇ ਦੂਸਰੇ ਸ਼ਹਿਰ ਤੋਂ ਕੋਈ ਖਰਾ ਸੌਦਾ ਖਰੀਦ ਲਿਆਓ ਜੋ ਇੱਥੇ ਆ ਕੇ 4 ਪੈਸੇ ਨਾਲ ਰਲ ਜਾਣ। ਤਲਵੰਡੀ ਤੋਂ ਸ੍ਰੀ ਗੁਰੂ ਨਾਨਕ ਜੀ ਵਪਾਰ ਕਰਨ ਚਲੇ, 20 ਰੁਪਏ ਨਾਲ ਲੈ ਕੇ ਪਿਤਾ ਦੀ ਇੱਛਾ ਨੂੰ ਫੁੱਲ ਚੜਾਉਣ। ਚਲਦੇ ਚਲਦੇ 12 ਕੁ ਕੋਹ ਵਾਟ ਨਿਕਲ ਗਏ। ਦੂਰੋਂ ਇੱਕ ਨਗਰੀ ਨਜ਼ਰ ਆਈ। ਇਹ ਚੂੜਾਖਾਨਾ ਸੀ। ਬਾਲੇ ਦੀ ਮਰਜ਼ੀ ਸੀ ਕਿ ਇਥੋਂ ਹੀ ਕੋਈ ਮਾਲ ਖਰੀਦ ਕੇ ਲੈ ਚੱਲਾਂਗੇ, ਸੋ ਇਧਰ ਪੈਰ ਮੋੜੇ। ਅਜੇ ਪਿੰਡੋਂ ਉਰੇ ਹੀ ਸਨ ਕਿ ਇੱਕ ਬਰਛਾਂ ਦੇ ਵਿੱਚ ਚਿੜੜੀ ਗਈ, ਜਿਸ ਦੇ ਵਿਚਾਲੇ ਇੱਕ ਛੰਮ ਸੀ। ਗੁਰ ਨੇ ਇਸ ਚਿੜੜੀ ਵੱਲੇ ਪੈਰ ਮੋੜ ਦਿੱਤੇ। ਬਾਲਾ ਵੀ ਨਾਲ ਮੁੜਿਆ ਕਿ ਚਲੋ ਚਿੜੜੀ ਦੇ ਵਿੱਚ ਦੀ ਲੰਘ ਚੱਲਾਂਗੇ। ਜਾਂ ਉਸ ਚਿੜੜੀ ਦੇ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਅਨੇਕਾਂ ਤਪਸਵੀ ਸਾਧੂ ਵਿਭੂਤ ਮਲੀ ਬੈਠੇ ਹਨ। ਕੋਈ ਧੂਣੇ ਤਪ ਰਹੇ ਹਨ, ਕੋਈ ਜਲ ਵਿੱਚ ਬੈਠੇ ਹਨ, ਕੋਈ ਬਰਿਛ ਨਾਲ ਲਟਕ ਰਹੇ ਹਨ, ਕੋਈ ਇੱਕ ਪੈਰ ਪਾਰ ਖੜੇ ਹਨ, ਕੋਈ ਬਾਹਾਂ ਉੱਚੀਆਂ ਕਰ ਬੈਠੇ ਹਨ। ਇਹਨਾਂ ਕਠਨ ਤਪਾਂ ਦਾ ਕਾਰਨ ਇਹਨਾਂ ਦੇ ਮਨਾਂ ਵਿੱਚ ਪਰਲੋਕ ਤੇ ਸੁੱਖਾਂ ਦੀ ਇੱਛਾ ਸੀ। ਇਹਨਾਂ ਦਾ ਇੱਕ ਮਹੰਤ ਸੀ ਜੋ ਛੰਮ ਕਿਨਾਰੇ ਮਿਰਛਾਲਾ ਉੱਤੇ ਬੈਠਾ ਸੀ। ਸਿਰ ਤੇ ਜਟਾਂ ਸਨ, ਸੁਆਹ ਮਲੀ ਹੋਈ ਸੀ, ਪਦਮਾਸਨ ਲਾਏ ਬੈਠਾ ਸੀ। ਇਸ ਨੂੰ ਤੱਕ ਕੇ ਬਾਲਕ ਨਾਨਕ ਜੀ ਖੜੇ ਰਹੇ, ਫਿਰ ਅੱਗੇ ਵੱਧ ਕੇ ਮਹੰਤ ਜੀ ਪਾਸ ਜਾ ਬੈਠੇ। ਮਹੰਤ ਨੇ ਉਹਨਾਂ ਵੱਲ ਡੂੰਘੀ ਨਜ਼ਰ ਤਕਾਈ ਤੇ ਨੈਣਾਂ ਵਿੱਚ ਕੁਝ ਚਾਅ ਭਰ ਆਇਆ। ਸ੍ਰੀ ਗੁਰੂ ਜੀ ਹੁਣ ਬੋਲੇ, ਹੇ ਸੰਤ ਜੀ, ਆਪ ਇਸ ਬਨ ਵਿੱਚ ਬੈਠੇ ਹੋ, ਪਾਲੇ ਦੀ ਰੁੱਤ ਹੈ, ਕੱਪੜੇ ਨਹੀਂ ਪਹਿਨੇ, ਅੰਨ ਵੀ ਕਿਤੇ ਦਿਸ ਨਹੀਂ ਪੈਂਦਾ। ਇਹ ਦਸ਼ਾ ਆਪਣੇ ਆਪ ਦੀ ਆਪ ਕੀਤੀ ਹੈ ਕਿ ਆਪ ਨੂੰ ਪਦਾਰਥ ਮਿਲਦਾ ਨਹੀਂ, ਤਦ ਉਦਾਸ ਹੋ ਇੱਥੇ ਆ ਬੈਠੇ ਹੋ। ਮਹੰਤ ਨੇ ਕਿਹਾ, ਹੇ ਪ੍ਰਤਾਪਸ਼ੀਲ ਬਾਲਕੇ, ਮਿਲਦਾ ਸਭ ਕੁਝ ਹੈ, ਤੇਰੇ ਵਰਗੇ ਅਸੀਂ ਵੀ ਕਿਸੇ ਦੇ ਲਾਲ ਸਾਂ, ਘਰ-ਬਾਰ ਵੀ ਸਨ, ਸਾਰੇ ਛੱਡ ਆਏ ਹਾਂ ਕਿ ਇਸ ਜਗਤ ਦੇ ਪਦਾਰਥ ਤੇ ਇਹ ਸਰੀਰ ਨਾਸ਼ਵਾਨ ਹੈ ਤੇ ਅਸੀਂ ਅੱਗੇ ਪਰਲੋਕ ਲਈ ਸੁੱਖ ਇਕੱਠੇ ਕਰੀਏ। ਸੋ ਇਸ ਭਿਆਨਕ ਮਾਇਆ ਤੋਂ ਦੂਰ ਰਹਿ ਕੇ ਬਨਾਨ ਵਿੱਚ ਬੈਠ ਤਪੱਸਿਆ ਕਰਦੇ ਹਾਂ, ਫਾਕੇ ਕੜਾਕੇ ਕੱਟਦੇ ਹਾਂ, ਕਿਸੇ ਥਾਂ ਟਿਕਦੇ ਨਹੀਂ ਜੋ ਮਾਇਆ ਦਾ ਮੋਹ ਨਾ ਪੈ ਜਾਵੇ। ਮਨ ਮਾਇਆ ਤੋਂ ਪਰੇ ਰਹੇ, ਸਰੀਰ ਤਪ ਕਰਦਾ ਰਹੇ, ਜੋ ਜੀਵਨ ਦੇ ਦਿਨ ਮੈਲ ਤੋਂ ਸੁਥਰੇ ਲੰਘ ਜਾਣ ਤੇ ਅੱਗੇ ਚੱਲ ਕੇ ਪਰਮ ਸੁੱਖਾਂ ਨੂੰ ਪ੍ਰਾਪਤ ਹੋਈਏ। ਗੁਰੂ ਨਾਨਕ ਸੰਤ ਜੀ, ਹੁਣ ਆਪ ਕਿਤਨੇ ਕੁ ਦਿਨਾਂ ਦੇ ਫਾਕੇ ਵਿੱਚ ਹੋ? ਮਹੰਤ, ਹੇ ਯੁਵਰਾਜ, ਸਾਡੇ ਦਿਨਾਂ ਦੀ ਨਾ ਪੁੱਛ, ਅਸੀਂ ਮੰਗਣ ਵਾਲੇ ਸਾਧੂ ਨਹੀਂ। ਸਾਡੀ ਵਿਰਤ ਆਕਾਸ਼ੀ ਹੈ। ਅਸੀਂ ਆਪਣੇ ਤਪਾਨ ਵਿੱਚ ਰਹਿੰਦੇ ਹਾਂ। ਜਦੋਂ ਕਦੀ ਸਾਈਂ ਪ੍ਰੇਰ ਕੇ ਸਾਡੇ ਭੋਜਨ ਲਈ ਕੁਝ ਘੱਲ ਦੇਵੇ ਜਾਂ ਆਪੇ ਖੁਸ਼ੀ ਨਾਲ ਕੋਈ ਸਾਨੂੰ ਦੇ ਜਾਵੇ ਤਾਂ ਖਾ ਲੈਂਦੇ ਹਾਂ, ਨਹੀਂ ਤਾਂ ਫਾਕੇ ਕੜਾ ਕੇ ਪੱਤਰ ਗੋਹਲਾਨ ਖਾ ਗੁਜ਼ਾਰਾ ਕਰ ਲੈਂਦੇ ਹਾਂ। ਅੱਜ ਅਸੀਂ 7 ਦਿਨਾਂ ਦੇ ਅੰਤੋਂ ਵਿਰਵੇ ਹਾਂ। ਇਹ ਸੁਣ ਗੁਰੂ ਨਾਨਕ ਦਾ ਜਗਤ ਪ੍ਰੇਮ ਨਾਲ ਭਰਿਆ ਦਿਲ ਦਇਆ ਨਾਲ ਭਰ ਆਇਆ। ਰੁਪਏ ਪਾਸ ਹਨ ਤੇ ਇਹ ਪਰਮੇਸ਼ੁਰ ਤੇ ਆਸ ਰੱਖਣ ਵਾਲੇ ਭੁੱਖੇ ਹਨ, ਕਿਉਂ ਨਾ ਇਹਨਾਂ ਨੂੰ ਭੋਜਨ ਖੁਲਾਈਏ। ਗੁਰੂ ਨਾਨਕ ਸੰਤ ਜੀ, ਆਪ ਦਾ ਨਾਮ ਕੀ ਹੈ? ਸੰਤ, ਮੇਰਾ ਨਾਮ ਸੰਤਰੇਨ ਹੈ ਤੇ ਇਸ ਮੰਡਲੀ ਦਾ ਮੈਂ ਮਹੰਤ ਹਾਂ, ਪਰ ਘਰ ਦਾ ਸੰਤ ਤੇ ਘਰ ਦਾ ਮਹੰਤ, ਮੁਕਤੀ ਮਾਰਗ ਦੇ ਸਾਰੇ ਪੰਦਾਉ ਹਾਂ। ਗੁਰੂ, ਸੰਤ ਜੀ, ਜੇ ਆਪ ਨੂੰ ਭੋਜਨ ਲਿਆ ਦੇਵੀਏ ਤਾਂ ਖਾ ਲੈਸੋ। ਸੰਤ, ਆਪ ਅਜੇ ਕੁਮਾਰ ਹੋ ਤੇ ਮਾਤਾ ਪਿਤਾ ਅਧੀਨ ਹੋ, ਸੋ ਤੁਸੀਂ ਸਾਡਾ ਫਿਕਰ ਨਾ ਕਰੋ। ਗੁਰੂ ਜੀ ਦਾ ਹਿਰਦਾ ਇਸ ਵੇਲੇ ਦਇਆ ਦੀਆਂ ਲਹਿਰਾਂ ਨਾਲ ਠਾਠਾਂ ਮਾਰ ਰਿਹਾ ਸੀ। ਇਹ ਖਿਆਲ ਕਿ ਇਹ ਵਾਹਿਗੁਰੂ ਦੇ ਬੰਦੇ ਹਨ ਤੇ ਉਸ ਦੀ ਆਸ ਤੇ 7 ਦਿਨਾਂ ਦੇ ਭੁੱਖੇ ਹਨ ਤੇ ਮੇਰੇ ਪਾਸ ਰੁਪਏ ਹਨ, ਜਿਨ੍ਹਾਂ ਨਾਲ ਕਿ ਇਹਨਾਂ ਦੀ ਭੁੱਖ ਦੀ ਪੀੜਾ ਹਰੀ ਜਾ ਸਕਦੀ ਹੈ, ਗੁਰੂ ਨਾਨਕ ਜੀ ਦੇ ਜਾਣਦਾ ਨਹੀਂ ਸੀ। ਹਾਂ, ਕੁਲੇ ਦਿਲ ਵਾਲੇ ਦਾਤਾ ਲਈ ਕਠਨ ਸੀ ਕਿ ਭੁੱਖਿਆਂ ਨੂੰ ਭੁੱਖਿਆਂ ਛੱਡ ਕੇ ਪਾਸੋਂ ਦੀ ਆਪਣਾ ਦਿਲ ਕਰੜਾ ਕਰਕੇ ਲੰਘ ਜਾਣ। ਭੁੱਖ ਇੱਕ ਐਸਾ ਦੁੱਖ ਹੈ ਜਿਸ ਦੀ ਪੀੜਾ ਰੱਜ ਕੇ ਖਾਣ ਵਾਲੇ ਨਹੀਂ ਜਾਣ ਸਕਦੇ। ਸ੍ਰੀ ਗੁਰੂ ਜੀ ਨੇ ਆਪ ਬਾਣੀ ਵਿੱਚ 4 ਮਹਾਂਦੁੱਖ ਗਿਣੇ ਹਨ। ਦੁੱਖ ਵਿਛੋੜਾ, ਇੱਕ ਦੁੱਖ ਭੂਖ,
ਇੱਕ ਦੁੱਖ ਸਕਤਵਾਰ ਜਮਦੂਤ, ਏਕੋ ਦੁੱਖ ਰੋਗ ਲਾਗਿਆ ਤਨ ਤਾਏ, ਵੈਦ ਨੰਨਾ ਭੋਲੇ ਦਾਰੂ ਲਾਏ। ਇਸ ਮਹਾਂ ਦੁੱਖ ਵਿੱਚ ਇੱਕ ਜਮਾਤ ਨੂੰ ਵੇਖੇ ਤੇ ਗੁਰੂ ਨਾਨਕ ਦੀ ਮੁੱਠ ਵਿੱਚ ਹੁਣ 20 ਰੁਪਏ ਰਹਿ ਜਾਣ ਅਰੋਗ ਦੁੱਖ ਹਨ ਸੰਕਟ ਦੂਰ ਕਰਨ ਵਿੱਚ ਨਾ ਖਰਚ ਹੋ ਜਾਣ। ਇਹ ਗੱਲ ਉਸ ਦੀਨਾਨ ਬੰਧੂ ਦੇ ਸੁਭਾਅ, ਉਸ ਦੇ ਆਤਮਾ ਤੇ ਮਨ ਦੀ ਰਚਨਾ ਦੇ ਉਲਟ ਸੀ। ਤਾਂ 6 ਰੁਪਏ ਕੱਢ ਕੇ ਅੱਗੇ ਧਰ ਦਿੱਤੇ ਤੇ ਆਖਿਆ, ਸੰਤ ਜੀ, ਇਹ ਮਾਇਆ ਮੇਰੇ ਪਾਸ ਇਸ ਛਿਨ ਹੈ, ਤੁਸੀਂ ਵਰਤੋ ਤੇ ਸਾਰਿਆਂ ਨੂੰ ਭੋਜਨ ਛਕਾਓ। ਮਹੰਤ ਨੇ ਬੜੀ ਗੰਭੀਰਤਾ ਨਾਲ ਕਿਹਾ, ਸ੍ਰੀ ਜੀ, ਆਪ ਦੀ ਅਵਸਥਾ ਤਾਂ ਛੋਟੀ ਹੈ, ਪਰ ਦਿਲ ਵੱਡਾ ਹੈ। ਇਹ ਮਾਇਆ ਆਪ ਦੇ ਪਿਤਾ ਨੇ ਕਿਸੇ ਕਾਰ ਲਈ ਦਿੱਤੀ ਹੋ, ਸਾਡਾ ਭਗਵਾਨ ਫਿਕਰ ਕਰੇਗਾ। ਤੁਸੀਂ ਇਹ ਮਾਇਆ ਖਰਚ ਕੇ ਖੇਚਲ ਵਿੱਚ ਨਾ ਪੈ ਜਾਣਾ। ਸ੍ਰੀ ਗੁਰੂ ਜੀ ਦੇ ਨੈਣਾਂ ਵਿੱਚੋਂ ਇੱਕ ਸੋਚ ਦੀ ਲਹਿਰ ਲੰਘੀ, ਪਰ ਫੇਰ ਮੁਸਕਰਾਏ ਤੇ ਫੇਰ ਕਰੁਣਾ ਰੰਗ ਵਿੱਚ ਭਰ ਕੇ ਬੋਲੇ, ਖੇਚਲਾ ਸਹਿਣਾ ਸਰੀਰ ਦਾ ਧਰਮ ਹੈ, ਪਿਆਰ ਤੇ ਮੁਹੱਬਤ ਵਿੱਚ ਪੰਗਰਨਾ ਮਨ ਦਾ ਧਰਮ ਹੈ। ਹੋਣਹਾਰ ਹੁੰਦੀ ਹੈ ਤੇ ਭਲਾ ਕਰਨ ਦੇ ਵੇਲੇ ਦੀ ਛਿਨ ਛੇਤੀ ਨਹੀਂ ਹੱਥ ਆਉਂਦੀ। ਮਾਇਆ ਦਾਸੀ ਹੈ ਤੇ ਸੇਵਾ ਇਸ ਦਾ ਧਰਮ ਹੈ। ਦਿਲ ਸਾਈਂ ਨੇ ਨਰਮ ਮਾਸ ਦਾ ਬਣਾਇਆ ਹੈ, ਚਾਂਦੀ ਸੋਨੇ ਦਾ ਨਹੀਂ ਬਣਾਇਆ। ਤੁਸੀਂ ਨਿਸ਼ਚਿੰਤ ਹੋ ਕੇ ਇਹ ਮਾਇਆ ਆਪਣੀ ਭੁੱਖ ਦੇ ਦੁੱਖ ਨੂੰ ਦੂਰ ਕਰਨ ਵਿੱਚ ਵਰਤੋ। ਮਹੰਤ ਸ੍ਰੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਅਚੰਭਿਤ ਹੋ ਤੱਕਣ ਲੱਗ ਪਿਆ, ਮਸਤਕ ਤੇ ਚਮਕ ਦੇਖ ਕੇ ਹੋਰ ਬਕਿਆ। ਫਿਰ ਠਹਿਰ ਕੇ ਬੋਲਿਆ, ਅੱਛਾ ਜੀਓ, ਜੇ ਆਪ ਦੀ ਇਹੀ ਰਜਾਏ ਹੈ ਤਾਂ ਚਾਂਦੀ ਨੂੰ ਅਸਾਂ ਕੀ ਕਰਨਾ ਹੈ, ਭੋਜਨ ਲਿਆ ਦਿਓ। ਇਹ ਸੁਣ ਕੇ ਸ੍ਰੀ ਜੀ ਦਾਸ ਸਮੇਤ ਚੋਰਕਾਣੇ ਦੇ ਪਿੰਡ ਵਿੱਚ ਗਏ ਤੇ ਦੁੱਧ, ਘਿਓ, ਆਟਾ, ਦਾਲ ਭਾਜੀ ਆਦਿ ਸਾਰੀ ਰਸਦ ਲੈ ਆਏ। ਆਪ ਤੇ ਗਏ ਮਗਰੋਂ ਮਹੰਤ ਅੱਖਾਂ ਮੀਟ ਕੇ ਆਪਣੇ ਅੰਦਰ ਜੁੜਨ ਵਿੱਚ ਲੱਗ ਗਿਆ। ਸ੍ਰੀ ਗੁਰੂ ਜੀ ਦੀ ਮਨੋਰ ਮੂਰਤੀ ਉਸ ਦੀਆਂ ਅੱਖਾਂ ਅੱਗੇ ਟੇਕ ਗਈ ਸੀ। ਧਿਆਨ ਦੇ ਨੈਣਾਂ ਵਿੱਚ ਸ੍ਰੀ ਗੁਰੂ ਜੀ ਉਸ ਨੂੰ ਮਹਾਦੇਵ ਮੂਰਤੀ ਹੋ ਦਿਸੇ। ਤੇ ਚੱਲਿਆ ਜਾਏ ਨਾ, ਗੁਪਤ ਪ੍ਰਗਟ ਮਹਾਪੁਰਖ ਉਹਨਾਂ ਦੇ ਚਰਨਾਂ ਕਮਲਾਂ ਤੇ ਪਏ ਦਿਸੇ। ਧੰਨ ਨਿਰੰਕਾਰ ਦਾ ਆਵਾਜ਼ਾਂ ਉਹਨਾਂ ਦੇ ਲੂ ਵਿੱਚੋਂ ਪਿਆ ਸੁਣੀਵੇ। ਜਦ ਗੁਰੂ ਜੀ ਰਸਦ ਲੈ ਕੇ ਆਏ ਤਾਂ ਮਹੰਤ ਦੇ ਨੈਣ ਖੁੱਲੇ ਤੇ ਹੁਣ ਉਸਦੀ ਤੱਕ ਸ੍ਰੀ ਗੁਰੂ ਜੀ ਵੰਨੇ ਹੋਰਵੇਂ ਹੀ ਰੰਗ ਦੀ ਹੋ ਗਈ। ਨਜ਼ਰ ਹੁਣ ਉਹਨਾਂ ਪਰ ਟਿਕੇ ਨਾ ਤੇ ਤੇਜ ਦੀ ਝਲਕ ਚੱਲੀ ਜਾਏ ਨਾ। ਫਿਰ ਮਹੰਤ ਨੇ ਆਖਿਆ, ਆਪ ਹੁਣ ਪਧਾਰੋ, ਸਾਧੂ ਰਸੋਈ ਆਪ ਪਕਾ ਖਾ ਲੈਣਗੇ। ਸ੍ਰੀ ਗੁਰੂ ਜੀ ਇਹ ਵਾਕ ਸੁਣ ਕੇ ਟੁਰ ਪਏ। ਇੱਕ ਸੰਤ ਨੇ ਮਹੰਤ ਜੀ ਤੋਂ ਪੁੱਛਿਆ ਕਿ ਇਹ ਬਾਲਕ ਬੜਾ ਸ਼ਰਧਾਵਾਨ, ਵੈਰਾਗਵਾਨ ਤੇ ਮਿੱਠਾ ਬੋਲਣ ਵਾਲਾ ਹੈ ਸੀ, ਆਪ ਨਾਲ ਕਿਤਨਾ ਪ੍ਰੇਮ ਉਸਨੇ ਕੀਤਾ। ਇਤਨੀ ਛੇਤੀ ਕਿਉਂ ਚਲੇ ਜਾਣ ਦੀ ਆਗਿਆ ਦਿੱਤੀ? ਐਸੇ ਅਧਿਕਾਰੀ ਜਨ ਹੀ ਤਾਂ ਮੁਕਤੀ ਦੇ ਅਧਿਕਾਰੀ ਹੋਇਆ ਕਰਦੇ ਹਨ। ਚੂੜਾਕਾਣੇ ਤੋਂ ਪਿੱਛੇ ਮੁੜੇ ਸ੍ਰੀ ਗੁਰੂ ਜੀ ਤੇ ਨਾਲ ਮੁੜਿਆ ਦਾਸ, ਦੋਵੇਂ ਸਹਿਜੇ ਜਾ ਰਹੇ ਹਨ। ਕਿਤਨਾ ਚਿਰ ਤਾਂ ਸ੍ਰੀ ਗੁਰੂ ਜੀ ਆਪਣੇ ਕਿਸੇ ਰੰਗ ਵਿੱਚ 7 ਦਿਨਾਂ ਦੇ ਭੁੱਖਿਆਂ ਨੂੰ ਅੰਨ ਦੇਣ ਤੋਂ ਉਪਜੇ ਚਾਅ ਵਿੱਚ ਤੁਰੀ ਗਏ, ਪਰ ਜਦੋਂ ਅੱਧਾ ਕੁ ਪੰਧ ਲੰਘ ਗਏ ਤਾਂ ਇਸ ਮਨੁੱਖਾ ਦੇਹੀ ਦਾ ਧਰਮ ਜਾਗਿਆ ਤੇ ਸੋਚ ਫੁਰੀ, ਅਸੀਂ ਕਿੱਧਰ ਜਾ ਰਹੇ ਹਾਂ? ਘਰ ਜਾ ਰਹੇ ਹਾਂ ਤਾਂ ਕਿਹੜੇ ਘਰ ਜਾ ਰਹੇ ਹਾਂ? ਜਿਸ ਘਰ ਨੇ ਵਪਾਰ ਕਰਨ ਤੋਰਿਆ ਸੀ ਤੇ ਰੁਪਏ ਵਾਧੇ ਲਈ ਦਿੱਤੇ ਸਨ ਤੇ ਉਹ ਭੁੱਖ ਹਾਰਨ ਉੱਤੇ ਹੀ ਖਰਚ ਹੋ ਗਏ। ਹੁਣ ਨਾ ਪਾਸ ਮੂਲ ਹੈ ਤੇ ਨਾ ਨਫਾ, ਖੱਟੀ। ਘਰਦਿਆਂ ਨੂੰ ਕੀ ਮੂੰਹ ਵਿਖਾਵਾਂਗੇ? ਦਾਸ ਨੂੰ ਕਹਿਣ ਲੱਗੇ, ਘਰ ਜਾ ਕੇ ਕੀ ਕਹਾਂਗੇ? ਪਿਤਾ ਜੀ ਗੁੱਸੇ ਹੋਣਗੇ। ਉਹਨਾਂ ਨੇ ਕਦੇ ਮੰਨਣਾ ਹੈ ਕਿ ਅਸਾਂ ਨੇ ਸੱਚਮੁੱਚ ਹੀ ਖਰਾ ਸੌਦਾ ਕੀਤਾ ਹੈ। ਦਾਸ ਨੂੰ ਇਹ ਸੁਣ ਕੇ, ਜੋ ਅੱਗੇ ਹੀ ਮਹਿਤਾ ਕਾਲੂ ਤੋਂ ਡਰ ਰਿਹਾ ਸੀ, ਹੋਰ ਤਰਾਸ ਆਇਆ ਤੇ ਆਖਣ ਲੱਗਾ, ਸ੍ਰੀ ਜੀ, ਮੇਰਾ ਦੋਸ਼ ਕੁਛ ਨਹੀਂ। ਜਦ ਤੁਸੀਂ ਦੇਣ ਲੱਗੇ ਸਾਓ, ਮੈਂ ਸੈਨਤ ਨਾਲ ਹੋੜਿਆ ਸੀ। ਜਦ ਪਿੰਡ ਰਸਦ ਲੈਣ ਗਏ, ਮੈਂ ਮਨੂ ਕੀਤਾ ਸੀ। ਫਿਰ ਮੈਂ ਆਪ ਦੀ ਆਗਿਆ ਵਿੱਚ ਹਾਂ, ਜੋ ਹੁਕਮ ਸੀ ਸੋ ਕਰਨਾ ਸੀ। ਹੁਣ ਆਪ ਚਿੰਤਾ ਕਿਉਂ ਕਰਦੇ ਹੋ? ਜੋ ਆਏਗੀ ਝੱਲ ਲੈਣੀ, ਪਰ ਮੈਂ ਟਹਿਲ ਵਾਲਾ ਹਾਂ, ਮੈਨੂੰ ਬਚਾ ਲੈਣਾ। ਮੇਰੇ ਸਿਰ ਬੁਰਾ ਨਾ ਆਵੇ ਕਿ ਮੈਂ ਰੁਪਏ ਖਰਾਬ ਕਰਵਾਏ ਹਨ। ਇਹ ਸੁਣ ਕੇ ਗੁਰੂ ਜੀ ਚੁੱਪ ਗਏ। ਇਸ ਵੇਲੇ ਜਗਤ ਦਾ ਰੱਖਿਅਕ ਆਪਣੇ ਕੌਤਖਾਰ ਚੋਜ ਵਿੱਚ ਚਿੰਤਾਤੁਰ ਹੈ। ਹਾਏ, ਇਹ ਕਠੋਰ ਜਗਤ 20 ਰੁਪਏ ਅੱਗੇ ਧਰ ਕੇ ਜਗਤ ਦੇ ਨਾਥ ਦੀ ਚਿੰਤਾ ਨਹੀਂ ਹਾਰ ਸਕਦਾ। 20 ਰੁਪਏ ਜੋ ਕੈਸੇ ਸ਼ੁਭ ਥਾਵੇਂ ਖਰਚ ਹੋਏ ਹਨ। ਹਾਂ, ਸ਼ੁਭ ਕਰਮ ਤੇ ਮਾਇਆ ਲਾ ਕੇ ਮਾਤਾ ਪਿਤਾ ਦਾ ਇੱਕੋ ਪੁੱਤਰ ਉਹਨਾਂ ਦੀ ਖਫਗੀ ਦੇ ਭੈ ਤੋਂ ਡਰ ਰਿਹਾ ਹੈ। ਐਸਾ ਹੈ ਇਸ ਜਗਤ ਦਾ ਮਨ। ਸਨੇਸਨੇ ਟੁਰਦਿਆਂ ਤਲਵੰਡੀ ਆ ਗਈ। ਬਾਲਾ ਤਾਂ ਵਿਦਾ ਲੈ ਕੇ ਸਿੱਧਾ ਆਪਣੇ ਘਰ ਚਲਾ ਗਿਆ।
ਤੇ ਸ੍ਰੀ ਗੁਰੂ ਜੀ ਦਾ, ਉਸ ਸ੍ਰਿਸ਼ਟੀ ਦੇ ਸਿਰਜਣਹਾਰ ਦੇ ਕਲੇ ਹੋਏ ਮਹਾਂਪੁਰਖ ਦਾ ਹਿਆ ਨਾ ਪਵੇ ਕਿ ਘਰ ਜਾਵਾਂ। ਸੋ ਨਗਰੋਂ ਬਾਹਰ ਇੱਕ ਸੁੱਕੇ ਤਾਲ ਤੇ ਬਹਿ ਗਏ। ਇੱਕ ਬੜੇ ਪੁਰਾਣੇ ਛਾਇਆਦਾਰ ਵਣ ਦੀ ਓਟ ਵਿੱਚ ਲੁਕ ਰਹੇ। ਹਾਏ, ਥੱਕੇ ਹੋਏ ਹਨ, ਫਿਕਰ ਹੈ, ਹਾਂ ਆਰਾਮ ਆਦਰ ਤੇ ਤੋਸ਼ੇ ਦਾ ਵੇਲਾ ਹੈ, ਪਰ ਪੈ ਰਿਹਾ ਹੈ ਪਿਤਾ ਦੀ ਖਫਕੀ ਦਾ ਖਿਆਲ। ਸੋ ਉੱਥੇ ਬੈਠੇ ਧਿਆਨਲੀਨ ਹੋ ਗਏ। ਰਾਤ ਬੀਤ ਗਈ। ਅਗਲੇ ਦਿਨ ਬਾਲੇ ਦੇ ਘਰ ਅੱਪੜਨ ਦੀ ਖਬਰ ਕਾਲੂ ਦੇ ਕੰਨਾਂ ਤੱਕ ਕਪੜ ਗਈ। ਚਿੰਤਾ ਪੈ ਗਈ ਕਿ ਮੇਰਾ ਪੁੱਤਰ ਨਾਨਕ ਕਿਧਰ ਗਿਆ। ਦਾਸ ਕਿਉਂ ਮੇਰੇ ਪਾਸ ਨਹੀਂ ਆਇਆ। ਨਾਨਕ ਨਾਲ ਕਿਉਂ ਨਹੀਂ ਆਇਆ। ਕੋਈ ਚੋਰ ਪੈ ਗਏ। ਨਾਨਕ ਕਿਤੇ ਰੁੱਸ ਗਿਆ ਕਿ ਗੁਆਚ ਗਿਆ। ਹਜ਼ਾਰ ਚਿੰਤਾਨ ਸਨ ਜੋ ਕਾਲੂ ਨੂੰ ਇੱਕਦਮ ਆ ਪਈਆਂ। ਛੇਤੀ ਨਾਲ ਬਾਲੇ ਨੂੰ ਸਦਵਾਇਆ ਅਤੇ ਸਾਰਾ ਹਾਲ ਪੁੱਛਿਆ। ਉਸ ਨੇ ਸਾਰੀ ਗੱਲ ਖੁੱਲ੍ਹ ਕੇ ਸੁਣਾ ਦਿੱਤੀ ਤੇ ਆਪਣੇ ਤੇ ਕਰੋਧ ਪੈਣੋਂ ਬਚਣ ਵਾਸਤੇ ਇਹ ਵੀ ਕਹਿ ਦਿੱਤਾ ਕਿ ਮੈਂ ਵਰਚ ਰਿਹਾ ਸੀ ਤੇ ਆਖਰ ਮੈਂ ਸੀ ਤਾਂ ਟਹਿਲ ਵਾਲਾ, ਮੈਂ ਮੱਲੋ ਮੱਲੀ ਤਾਂ ਨਹੀਂ ਸਾ ਨਾ ਹੋ ਸਕਦਾ। ਸੋ ਜੋ ਉਹਨਾਂ ਦੀ ਮਰਜ਼ੀ ਆਈ ਉਹਨਾਂ ਨੇ ਕਰ ਲੀਤਾ। ਕਰਨ ਤੋਂ ਮਗਰੋਂ ਉਹਨਾਂ ਨੂੰ ਵੀ ਆਪ ਤੇ ਗੁੱਸੇ ਦਾ ਫਿਕਰ ਪੈ ਗਿਆ ਸੀ, ਇਸੇ ਕਰਕੇ ਘਰ ਨਹੀਂ ਆਏ, ਬਾਹਰ ਸੁੱਕੇ ਤਾਲ ਤੇ ਬਹਿ ਗਏ ਸਨ। ਇਹ ਸੁਣ ਕੇ ਮਹਿਤਾ ਜੀ ਦੇ ਕਰੋਧ ਦੀ ਜਵਾਲਾ ਭੜਕ ਉੱਠੀ। ਕਿਉਂ ਨਾ ਭੜਕੇ। ਹੇ ਜਗਤ, ਤੇਰੇ ਵਿੱਚ ਉੱਚੇ ਮਨ ਵਾਲਿਆਂ ਦੀ ਥਾਂ ਨਹੀਂ, ਉੱਚੇ ਵਲਵਲਿਆਂ ਵਾਲਿਆਂ ਦੀ ਕਦਰ ਨਹੀਂ। ਹਾਏ ਵਿਹਾਰ ਦ੍ਰਿਸ਼ਟੀ, ਜੋ ਹੈ ਜਗਤ, ਤੈਨੂੰ ਕਦੇ ਉੱਚਿਆ ਨਹੀਂ ਤੱਕਣ ਦੇਂਦੀ। ਸਾਰਾ ਜਗਤ ਮਾਇਆ ਦੀ ਬ੍ਰਿਤੀ ਵਿੱਚ ਹੈ। ਮਾਇਆ ਤੇ ਮਾਇਆ ਦੇ ਸੁੱਖ ਆਪਣੇ ਲਈ। ਸੁੱਖ ਦੇਣ ਵਿੱਚ ਸੁੱਖ ਨਹੀਂ ਦਿਸਦਾ। ਹਾਂ, ਕਿਸੇ ਨੂੰ ਉੱਚੇ ਜੀਵਨ ਦੀ ਸੋਝੀ ਨਹੀਂ, ਉੱਚੇ ਰੰਗ ਰਸ ਦੀ ਜਾਗ ਨਹੀਂ, ਜਿਨ੍ਹਾਂ ਨੂੰ ਹੋਵੇ ਉਹਨਾਂ ਦਾ ਜਗਤ ਵੈਰੀ। ਬਾਲੇ ਨੂੰ ਨਾਲ ਲੈ ਸ੍ਰੀ ਕਾਲੂ ਜੀ ਨੇ ਆ ਗੁਰੂ ਨਾਨਕ ਨੂੰ ਲੱਭਣ ਦੀ ਧਾਈ ਕੀਤੀ। ਜਿਸ ਰੰਗ ਤੇ ਜਿਸ ਕਰੋਧ ਵਿੱਚ ਕਾਲੂ ਟੁਰਿਆ, ਉਸ ਦੀ ਜਾਣੂ ਉਹਨਾਂ ਦੀ ਸੁਪਤਨੀ ਸ੍ਰੀ ਤ੍ਰਿਪਤਾ ਜੀ ਸਭ ਤੋਂ ਵੱਧ ਹੈ ਸੀ। ਹਾਂ, ਮਾਤਾ ਤ੍ਰਿਪਤਾ ਪੁੱਤਰ ਦੇ ਇਸ ਨਵੇਂ ਦੋਸ਼ ਤੋਂ ਵੀ ਪਿਤਾ ਹੀ ਵਾਂਗੂ ਗਰਿੰਜ ਸੀ, ਪਰ ਮਾਂ ਦਾ ਦਿਲ ਆਖਰ ਮਾਂ ਦਾ ਦਿਲ ਹੈ। ਉਸ ਦੇ ਕਲੇਜੇ ਨੇ ਦਿਲਗੀਰੀ ਦੇ ਨਾਲ ਇਹ ਖੁੱਸਣ ਵੀ ਖਾਧੀ ਕਿ ਅੱਜ ਮੇਰੇ ਬੱਚੇ ਦੀ ਸੁੱਖ ਨਹੀਂ। ਉਹ ਮਾਂ ਹਿਰਦੇ ਵਾਲੀ ਮਾਂ ਵੀ ਗਈ ਤੇ ਛੇਤੀ ਨਾਲ ਧੀ ਨੂੰ ਬੋਲੀ, ਜਾ ਨੀ ਬੱਚੀਏ, ਪਿਓ ਦੇ ਮਗਰੇ ਮਗਰ ਜਾ ਧੀਏ, ਤੇ ਵੀਰ ਦੀ ਰੱਖ ਕਰ। ਪਿਓ ਦੇ ਕਰੋਧ ਤੋਂ ਆਪਣੇ ਪਿਆਰੇ ਵੀਰ ਨੂੰ ਬਚਾ। ਇੱਕ ਇਸ ਵੇਲੇ ਤੁਨਯੋਨ ਹੀ ਹੈ ਜੋ ਆਪਣੇ ਪਿਤਾ ਦੇ ਭੜਕੇ ਕਰੋਧ ਨੂੰ ਠੱਲ ਪਾ ਸਕੇ। ਮਾਂ ਵਾਰੀ, ਭੱਜ ਕੇ ਜਾ। ਕਮਲੀ ਹੋਈ ਮਾਂ ਧੀ ਨੂੰ ਦੁੜਾ ਕੇ ਪਛਤਾਈ ਕਿ ਧੀ ਨੂੰ ਘਰੋਂ ਕੱਲੀ ਕਿਉਂ ਟੋਰ ਬੈਠੀ ਹਾਂ। ਫਿਰ ਦੌਲਤਾ ਟਹਿਲਣ ਨੂੰ ਮਗਰੇ ਭਜਾਇਆ। ਫਿਰ ਘਬਰਾਈ ਨੇ ਇੱਕ ਹੋਰ ਟਹਿਲ ਵਾਲਾ ਮਗਰ ਦੁੜਾਇਆ, ਜਾਓ ਵੇ ਛੇਤੀ ਕਾਕੀ ਦੇ ਨਾਲ ਹੋ ਜਾਓ। ਉਧਰ ਕਾਲੂ ਜੀ, ਉਹ ਕਾਲੂ ਜੀ ਜੋ ਸੁਪਨੇ ਵਿੱਚ ਤੱਕ ਚੁੱਕੇ ਹਨ ਕਿ ਪੁੱਤਰ ਮੇਰੀ ਆਪਣੀ ਮੰਗ ਦੀ, ਆਪਣੀ ਤਪੱਸਿਆ ਦੇ ਬਦਲੇ ਮੰਗੇ ਵਰਦਾਨ ਦੀ ਪੂਰਨਤਾਈ ਵਿੱਚ ਆਇਆ ਹੈ। ਉਹ ਕਾਲੂ ਜੀ ਜੋ ਇੱਕੋ ਪੁੱਤ ਦੇ ਪਿਤਾ ਹਨ ਤੇ ਉਸ ਨੂੰ ਸੁਖੀ ਵੇਖਣਾ ਲੋਚਦੇ ਹਨ, ਅੱਜ ਕਰੋਧ ਵਿੱਚ ਭਰੇ ਚਲੇ ਜਾ ਰਹੇ ਹਨ। ਜਾਂਦੇ ਜਾਂਦੇ ਜਾ ਤਾਲ ਤੇ ਬੈਠੇ ਲੱਭੇ। ਬ੍ਰਿਛ ਦੀ ਛਾਵੇਂ ਉਹ ਜਗਤ ਦਾ ਨੂਰ, ਅੱਖਾਂ ਮੀਟੀ ਸਾਈ ਦੇ ਰੰਗ ਰੱਤਾ ਬੈਠਾ ਸੀ, ਚਿਹਰਾ ਲਾਲ ਗੁਲਾਲ, ਮੱਥਾ ਦਮਕੇ, ਪਰ ਆਹੇ ਜਗਤ, ਤੂੰ ਕਾਲੂ ਹੋ ਕੇ ਆਇਆ ਹੈ। ਆਹ, ਕਾਲੂ ਨੇ ਕਰੋਧ ਨਾਲ ਬਾਹੋਂ ਤੂੰ ਖੜਾ ਕੀਤਾ, ਨਿਜ ਨਾ ਹੋਇਆ। ਹੁਣ ਸਮਾਧੀਆਂ ਲਾ ਬੈਠਾ ਹੈ ਉਹ ਝਾੜੂਆ। ਕਿੱਥੇ ਨੀ ਰੁਪਏ, ਦੱਸ ਕਿੱਥੇ ਈ ਵਪਾਰ, ਕਿੱਥੇ ਤੇਰੇ ਸਾਧ ਦੇ ਬਚਨ, ਜੀ ਜਿਵੇਂ ਕਹੇ ਸੋ ਕਰਸਾਂ ਹੈ। ਹੁਣ ਬੋਲਦਾ ਵੀ ਨਹੀਂ। ਪਿਤਾ ਬਾਂਹ ਬੇਰਹਿਮੀ ਨਾਲ ਤਰੁੰਦਾ ਹੈ। ਸ੍ਰੀ ਜੀ ਸਿਰ ਨੀਵਾਂ ਪਾਈ ਬੋਲਦੇ ਤੱਕ ਨਹੀਂ। ਕਰੋਧ ਦੀ ਜਵਾਲਾ ਹੋਰ ਭੜਕਦੀ ਹੈ। ਕਾਲੂ ਜੀ ਦੀ ਸੱਜੀ ਬਾਂਹ ਉਲਰਦੀ ਹੈ ਤੇ ਜ਼ੋਰ ਨਾਲ ਸ੍ਰੀ ਜੀ ਦੀ ਰੱਬੀ ਜਲਾਲ ਵਾਲੀ ਖੱਬੀ ਗੱਲ ਤੇ ਚਪੇੜ ਵੱਜਦੀ ਹੈ। ਫਿਰ ਕਾਲੂ ਦਾ, ਨਹੀਂ ਹੈ ਜਗਤ, ਹੇ ਕਠੋਰ ਬੇਰਹਿਮ ਜਗਤ, ਹਾਂ ਤੇਰਾ ਖੱਬਾ ਹੱਥ ਉਲਰਦਾ ਹੈ ਤੇ ਜ਼ੋਰ ਨਾਲ ਭਰ ਕੇ ਸੱਜੀ ਗੱਲ ਤੇ ਚਪੇੜ ਪੈਂਦੀ ਹੈ। ਜਿਉਂ ਕਾਲੂ ਇੱਕ ਚਪੇੜ ਮਾਰਦਾ ਹੈ, ਦੂਸਰੀ ਮਾਰਨ ਲਈ ਉਸ ਦਾ ਕਰੋਧ ਤੇ ਜ਼ੋਰ ਹੋਰ ਵੱਧਦਾ ਹੈ। ਜਗਤ ਦਾ ਚਾਨਣਾ ਚੁੱਪ ਖੜਾ ਮਾਰ ਖਾ ਰਿਹਾ ਹੈ। ਨੈਣਾਂ ਤੋਂ ਨਿੱਕਾ ਨਿੱਕਾ ਟੇਪਾ ਨੀਰ ਦਾ ਕਿਰਦਾ ਹੈ, ਪਰ ਬੁੱਲਾਂ ਤੇ ਚੁੱਪ ਹੈ ਅਰ ਸਰੀਰ ਅਡੋਲ ਖੜਾ ਹੈ। ਇਸ ਮੂਰਤੀ ਵੱਲ ਤੱਕਣਾ, ਕੁਮਾਰ ਅਵਸਥਾ, ਕੋਮਲ ਲਾਡਲਾ ਸਰੀਰ, ਅੰਦਰ ਰੱਬੀ ਨੂਰ, ਅਰਸ਼ ਕੁਰਸ਼ ਦੀ ਜੋਤ, ਉਹ ਜਗਤ ਦੀ ਭੁੱਖ ਦਾ ਦੁੱਖ ਦੂਰ ਕਰਨ ਦੇ ਅਪਰਾਧ ਵਿੱਚ ਦੋਸ਼ੀ ਹੋਇਆ ਖੜਾ ਹੈ।
ਕਿਵੇਂ ਅਡੋਲ ਖੜਾ ਹੈ, ਕਿਵੇਂ ਚੁੱਪ ਹੈ, ਕਿਵੇਂ ਸਿਰ ਨਿਹਵਾਇਆ ਹੈ, ਕਿਵੇਂ ਨੈਣਾਂ ਤੋਂ ਮੋਤੀ ਕਰ ਰਹੇ ਹਨ, ਕਿਵੇਂ ਚਪੇੜ ਤੇ ਚਪੇੜ ਪੈ ਰਹੀ ਹੈ, ਕਿਵੇਂ ਇੱਕ ਹੱਥ ਸੱਜੇ ਫਿਰ ਖੱਬੇ ਉਲਰ ਕੇ ਪੈਂਦਾ ਹੈ। ਹੇ ਜਗਤ, ਹੇ ਕਾਲੂ, ਅੱਜ ਜੇ ਤੂੰ ਆਖੇ ਕਿ ਮੇਰੇ 1 ਰੁਪਏ ਦੀ ਥਾਂ ਲੱਖ ਭਰ ਕੇ ਦਿਓ ਤਾਂ ਤੇਰੇ ਇਸ ਬਾਲਕੇ, ਇਸ ਦੋਸ਼ੀ ਤੇ ਅਪਰਾਧੀ ਕਰਕੇ ਖੜੇ ਕੀਤੇ ਨਾਨਕ ਦੀ ਸੁੱਖੀ ਤੇ ਪੰਥ ਤੇਰੇ ਅੱਗੇ ਧਰ ਕੇ ਆਖੇ, ਹੇ ਕਾਲੂ, ਆਹ ਲੈ 20 ਦੀ ਥਾਂ 20 ਲੱਖ ਤੇ ਸਾਡੇ ਅਰਸ਼ੀ ਨੂਰ ਵੱਲ ਕੈਰੀ ਅੱਖ ਨਾ ਤੱਕ, ਪਰ ਹਾਏ ਬਾਬਾ ਕਾਲੂ, ਅੱਜ ਤੈਨੂੰ ਨਹੀਂ ਦਿਸ ਰਿਹਾ ਕਿ ਤੂੰ ਇਸ ਤੇ ਗੁੱਸਾ ਕਰ ਰਿਹਾ ਹੈ। ਹਾਂ, ਤੂੰ ਅੱਜ ਤੋਂ 10-20 ਵਰੇ ਮਗਰੋਂ ਇਸ ਵੇਲੇ ਦੇ ਤੇਰੇ ਮਨ ਨੇ ਅਦੀ ਦੇ ਹੱਥੋਂ ਆਪਣੀ ਕਲਿਆਣ ਮੰਗਣੀ ਹੈ, ਇਸੇ ਤੇਰਾ ਪਾਰ ਉਤਾਰਾ ਤੇ ਸਦਕਤੀ ਕਰਨੀ ਹੈ, ਪਰ ਹਾਏ ਮਾਇਆ, ਹਾਏ ਜਗਤ ਦੀ ਕਠੋਰਤਾ, ਹਾਏ ਜਗਤ ਦਾ ਅੰਧਰਾਤਾ। ਇਸ ਨੂੰ ਨਹੀਂ ਦਿਸ ਪੈਂਦਾ ਸਮੇਂ ਤੋਂ ਪਹਿਲਾਂ ਤੇ ਸਮੇਂ ਸਿਰ, ਸਮੇਂ ਬੀਤੇ ਤੇ ਹੀ ਇਸ ਦੀ ਅੱਖ ਖੁੱਲਦੀ ਹੈ। ਇਸ ਵੇਲੇ ਕਾਲੂ ਸੱਚਾ ਹੈ, ਆਪਣੇ ਮਨ ਵਿੱਚ ਮਹਾਂ ਦੁਖੀ ਹੈ ਅਰ ਨਾਨਕ ਨੂੰ ਮਹਾਂ ਦੁਖਦਾਈ ਤੇ ਨਲਾਇਕ ਸਮਝ ਰਿਹਾ ਹੈ। ਕਾਲੂ, ਕਿਤਨੇ ਪੁੱਤਰ ਹਨ ਜੋ ਕੁਲਾਰੀ ਤੇ ਟੁਰਦੇ ਹਨ, ਜੋ ਪਿਓ ਦੀ ਲੀਹੇ ਟੁਰ ਕੇ ਖੱਟਦੇ ਕਮਾਉਂਦੇ ਤੇ ਗ੍ਰਹਿਸਥ ਕਰਦੇ, ਪਤੀ ਉਤਪਤ ਕਰਦੇ, ਧਨ ਜੋੜਦੇ ਤੇ ਪਿਓ ਵਾਂਗ ਇਕੱਠਾ ਕਰਕੇ ਮਰ ਜਾਂਦੇ ਹਨ। ਉੱਤਰ ਹੋ, ਸਾਰੇ। 10 ਕਿੰਨੇ ਹਨ ਪੁੱਤਰ ਇਸ ਲੀਕ ਨੂੰ ਤੋੜਨ ਵਾਲੇ ਜੋ ਤੇਰੇ ਪੁੱਤ ਨਾਨਕ ਵਰਗਾ ਕੰਮ ਕਰਦੇ ਹਨ? 10 ਨਾਨਕ ਦੇ ਵੇਲੇ ਜਾਂ ਮਗਰੋਂ ਕਿੰਨੇ ਕੁ ਇਹੋ ਜਿਹੇ ਕੁਲਾਰੀ ਤੋੜਨ ਵਾਲੇ ਹੋਰ ਹੋਏ ਹਨ? ਪਰ ਉਸ ਵੇਲੇ ਨਾ ਕਾਲੂ ਨੂੰ ਸੋਝੀ ਆਈ, ਨਾ ਅੱਜ ਕਿਸੇ ਨੂੰ ਆ ਸਕਦੀ ਹੈ, ਨਾ ਆਸ ਹੈ ਕਿ ਇਹ ਸਬਕ ਜਗਤ ਕਦੀ ਸਿੱਖੇ। ਪਰਮੇਸ਼ੁਰ ਦੇ ਪਿਆਰਿਆਂ ਲਈ ਇਸ ਜਗਤ ਦੇ ਪ੍ਰਬੰਧ ਵਿੱਚ ਕਿਤੇ ਕੋਈ ਥਾਂ ਨਹੀਂ। ਨਾ ਮਾਤਾ, ਨਾ ਪਿਤਾ, ਨਾ ਭਾਈਚਾਰਾ, ਨਾ ਰਾਜਾ, ਕੋਈ ਵੀ ਸਤਸੰਗੀ ਸਤ ਪੁਰਸ਼ ਦੀ ਕਦਰ ਨਹੀਂ ਕਰਦਾ। ਸਾਰੇ ਸਤਪੁਰਖ ਤੇ ਸਤਸੰਗੀ ਨੂੰ ਕੈਰੀ ਅੱਖ ਤੇ ਸ਼ੱਕ ਤੇ ਨਜ਼ਰ ਨਾਲ ਵੇਖਦੇ ਹਨ, ਨਿੰਦਾ, ਈਰਖਾ ਤੇ ਜ਼ੁਲਮ ਨਾਲ ਉਸ ਦਾ ਆਦਰ ਕਰਦੇ ਹਨ, ਟਿਚਰ ਤੇ ਮਖੌਲ ਨਾਲ ਨਿਸ਼ਾਨਾ ਸਾਧਦੇ ਹਨ। ਹਾਂ, ਹੇ ਕਠੋਰ ਜਗਤ, 20 ਰੁਪਏ ਬਦਲੇ ਅੱਜ ਜੋ ਸਾਰੇ ਜਗਤ ਵਿੱਚ ਸੁਲਹ ਦਾ ਪੈਗੰਬਰ, ਪਿਆਰ ਦਾ ਦੇਵਤਾ ਤੇ ਰੱਬੀ ਨੂਰ ਮੰਨਿਆ ਗਿਆ ਹੈ, ਹਾਂ 20 ਰੁਪਏ ਬਦਲੇ ਚੁਪੇੜਿਆ ਜਾ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸੋਹਤ ਪਰ ਗਏ ਨੀਲ ਕਪੋਲਾ, ਜਿਉਨ ਉਤਪਲ ਪਰ ਅਲੇ ਨ ਡੋਲਾ। ਗੱਲਾਂ ਤੇ ਨੀਲ ਪੈ ਗਏ, ਏਡੇ ਕਾਲੇ ਰੰਗ ਦੇ ਜਿਵੇਂ ਕਮਲ ਤੇ ਭੌਰਾ ਬੈਠਾ ਹੋਵੇ। ਅਜੇ ਕਾਲੂ ਬਸ ਨਹੀਂ ਕੀਤੀ, ਅਜੇ ਕਾਲੂ ਦੇ 20 ਰੁਪਏ ਦਾ ਬਦਲਾ ਨਹੀਂ ਨਿਕਲਿਆ। ਹੇ ਜਗਤ, ਤੇਰੇ 20 ਰੁਪਏ ਕਿੱਡੇ ਮਹਿੰਗੇ ਹਨ। ਇਸ ਹਾਲਤ ਵਿੱਚ ਆਪਣੇ ਵੀਰ ਦੀ ਪਿਆਰੀ ਤੇ ਪਛਾਣ ਵਾਲੀ ਨਾਨਕੀ ਇੱਕੋ ਸਾਹੀ ਦੌੜਦੀ ਅੱਪੜ ਪਈ। ਉਸ ਤੋਂ ਪਹਿਲਾਂ ਵੀ ਕਈ ਤਮਾਸ਼ਾ ਦੇਖਣ ਵਾਲੇ ਅੱਪੜ ਪਏ ਹੋਏ ਸਨ। ਇਸ ਕਠੋਰ ਜਗਤ, ਇਸ ਤਮਾਸ਼ਬੀਨ ਜਗਤ ਦਾ ਕੋਈ ਬੰਦਾ ਜਗਤ ਦੇ ਰੱਖਿਅਕ ਨਾਨਕ ਤੇ ਤਰਸ ਨਹੀਂ ਸੀ ਕਰ ਰਿਹਾ। ਇਹਨਾਂ ਕਠੋਰਾਂ ਦੀ ਭੀੜ ਚੀਰ ਕੇ ਨਾਨਕੀ ਅੱਗੇ ਲੰਘੀ ਤੇ ਆਉਂਦੀ ਬੋਲੀ ਹੋ ਪਿਤਾ ਨੂੰ ਚੰਬੜ ਗਈ ਤੇ ਜੱਫੀ ਪਾ ਕੇ ਪਰੇ ਤੱਕ ਲੈ ਗਈ। ਨਾ ਪਿਤਾ ਜੀ, ਵੀਰ ਮਾਸੂਮ ਨੂੰ ਨਾ ਮਾਰੋ। ਨਾ ਪਿਤਾ ਜੀ, ਰੱਬ ਵੀਰ ਨੂੰ ਨਾ ਮਾਰੋ। ਕਾਲੂ ਦਾ ਗੁੱਸਾ ਪਤਾ ਨਹੀਂ ਕਿੱਥੇ ਤੱਕ ਜਾਂਦਾ ਤੇ ਹੋਰ ਕੋਈ ਛੁਡਾਉਣ ਨੂੰ ਵੱਧਦਾ ਤਾਂ ਪਤਾ ਨਹੀਂ ਕੀ ਹੁੰਦਾ। ਪਰ ਉਸ ਦੇਵੀ ਦੀ ਠੰਡੀ ਜੱਫੀ ਨੇ ਉਸ ਕ੍ਰੋਧ ਦੀ ਜਵਾਲਾ ਨੂੰ ਠੱਲਿਆ। ਹੁਣ ਲੋਕੀ ਵੀ ਲੱਗੇ ਕਾਲੂ ਨੂੰ ਸਮਝਾਉਣ, ਕਿਉਂ ਨਾ ਸਮਝਾਉਣ। ਉਸ ਦੇਵੀ ਨੇ ਰੌਜੂ ਬਦਲ ਦਿੱਤਾ ਸੀ। 4 ਆਦਮੀ ਅੱਗੇ ਹੋਏ, ਉਹਨਾਂ ਕਾਲੂ ਨੂੰ ਫੜ ਲਿਆ ਜੋ ਫੇਰ ਅੱਗੇ ਨਾ ਵਧੇ। ਭੈਣ ਨੇ ਹੁਣ ਪਿਤਾ ਛੱਡ ਕੇ ਵੀਰ ਨੂੰ ਜਾ ਜੱਫੀ ਪਾਈ। ਉਸ ਕਸ਼ਟ ਦੇ ਵੇਲੇ ਵੀ ਵੀਰ ਦੀ ਜੱਫੀ ਨਾਲ ਨਾਨਕੀ ਦੇ ਲੂਲੂ ਵਿੱਚੋਂ ਰੱਬੀ ਚਰਨਾਟ ਛਿੜੀ ਤੇ ਇੱਕ ਇਲਾਹੀ ਝੂਟਾ ਆ ਗਿਆ। ਨਾਨਕੀ ਸਮਝੀ ਸੀ ਕਿ ਮੈਂ ਵੇਲੇ ਸਿਰ ਅੱਪੜੀ ਹਾਂ ਤੇ ਵੀਰਨ ਨੂੰ ਅਜੇ ਚਪੇੜ ਪਈ ਨਹੀਂ ਸੀ ਤੇ ਮੈਂ ਪਿਓ ਦਾ ਉੱਲਰਦਾ ਹੱਥ ਰੋਕ ਲਿਆ ਹੈ, ਪਰ ਹੁਣ ਜਦ ਵੀਰ ਦੇ ਨੈਣ ਡੁੱਲਦੇ ਤੇ ਗੱਲਾਂ ਨੀਲੀਆਂ ਤੱਕੀਆਂ ਤਾਂ ਗਸ਼ ਖਾ ਕੇ ਟੱਠੀ। ਘਰ ਦੀ ਗੋਲੀ ਨੇ ਬੀਬੀ ਨੂੰ ਸੰਭਾਲਿਆ, ਹੋਸ਼ ਆਈ ਤਾਂ ਫਿਰ ਵੀਰ ਨੂੰ ਚੰਬੜ ਗਈ ਤੇ ਲੈ ਕੇ ਘਰ ਵੱਲ ਤੁਰੀ ਜਾਂਦੀ ਹੈ, ਪਰ ਨੈਣਾਂ ਤੋਂ ਨੀਰ ਜਾਰੀ ਹੈ, ਟਹਿਲਣ ਤੇ ਦਾਸੀ ਨਾਲ ਹਨ। 10 ਸਰੀਰ ਹੋਰ ਵੀ ਹੁਣ ਮਗਰ ਹਨ। 10 ਸਰੀਰ ਕਾਲੂ ਨੂੰ ਸਮਝਾ ਬੁਝਾ ਰਹੇ ਤੇ ਖੂਹ ਵੱਲ ਲਿਜਾ ਰਹੇ ਹਨ। ਉਧਰ ਬੋਲੀ ਹੋਈ ਮਾਂ ਨੂੰ ਘਰ ਚੈਨ ਨਹੀਂ, ਧੀ, ਦਾਸੀ, ਨੌਕਰ ਘੱਲ ਕੇ ਵੀ ਚੈਨ ਨਹੀਂ, ਬੇਵੱਸੀ ਘਰ ਖੁੱਲਾ ਛੱਡ ਤੁਰੀ ਆ ਰਹੀ ਹੈ। ਪਿੰਡੋਂ ਬਾਹਰ ਆ ਗਈ ਨੂੰ ਅੱਗੋਂ ਪੁੱਤ ਮਿਲਿਆ।
ਚੁੱਪ ਦੀ ਮੂਰਤ, ਸ਼ਾਂਤ, ਅਥਰੂ ਸੁੱਕ ਚੁੱਕੇ ਹਨ, ਪਰ ਗੱਲਾਂ ਦੇ ਨੀਲ ਵੇਖ ਕੇ ਮਾਂ ਦੀਆਂ ਭੁੱਬਾਂ ਨਿਕਲ ਗਈਆਂ। ਕੁੱਟ ਕੇ ਪੁੱਤ ਨੂੰ ਗਲ ਨਾਲ ਲਾਇਆ, ਸਿਰ ਤੇ ਹੱਥ ਫੇਰਿਆ, ਘਰ ਲੈ ਆਈ। ਮਾਂ ਵਾਰੇ ਫੇਰੇ ਹੁੰਦੀ ਹੈ, ਨੈਣ ਭਰਦੀ ਹੈ, ਬਲਾਵਾਨ ਲੈਂਦੀ ਹੈ, ਪਿਆਰ ਦੇਂਦੀ ਹੈ, ਪਰ ਹੇ ਮਾਂ, ਜੋ ਗੱਲਾਂ ਤੇ ਨੀਲ ਪੈ ਗਏ ਹਨ, ਜੋ ਪੀੜਾ ਉਹ ਕਮਲਾਂ ਤੋਂ ਕੁਲੀਆਂ ਗੱਲਾਂ ਪਾ ਰਹੀਆਂ ਹਨ, ਉਹ ਪੀੜਾ ਅਜੇ ਹੈ। ਮਾਂ ਹੁਣ ਇਹ ਵੀ ਕਹਿ ਰਹੀ ਹੈ, ਮੇਰੇ ਲਾਲ ਜੀ, ਤੁਸੀਂ ਹੁਣ ਰੱਤੀ ਫਿਕਰ ਨਾ ਕਰੋ, ਚੁੱਪ ਕਰਕੇ ਘਰ ਬੈਠੇ ਰਹੋ। ਤੁਹਾਨੂੰ ਕੰਮ ਕਾਜ ਲਈ ਅੱਜ ਤੋਂ ਕੋਈ ਨਾ ਕੁਝ ਕਹੇਗਾ, ਤੁਸੀਂ ਹੁਣ ਹੱਸੋ, ਖੁਸ਼ ਹੋਵੋ, ਸੁਖੀ ਹੋਵੋ, ਜਿਵੇਂ ਚਾਹੋ ਰਹੋ। ਇਹ ਮਾਂ ਸਦਕੇ ਪਈ ਹੁੰਦੀ ਹੈ। ਪਰ ਉਸ ਅਰਸ਼ੀ ਰੱਬੀ ਨੂਰ ਦੀਆਂ ਗੱਲਾਂ ਅਜੇ ਨੀਲੀਆਂ ਹਨ, ਉਹਨਾਂ ਵਿੱਚ ਜਗਤ ਦੇ ਦੁੱਖ ਹਾਰਨ ਦੀ ਪੀੜਾ ਹੈ। ਹਾਂ, ਨੈਣ ਅਜੇ ਜਗਤ ਨੂੰ ਸੁਖੀ ਕਰਨ ਲਈ ਸੇਜਲ ਹਨ।